ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏ ਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵਏ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏ ਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵਏ। ਹੋਸਨੁ ਕੇ ਪੁਹ ਨ ਸਕੀ, ਜਿਸਨੋ ਆਪਣੀ ਲਿਵ ਲਾਵਏ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਡ ਦਾਤਾ, ਸੋ ਕਿਉ ਮਨੋ ਵਿਸਾਰੀਐ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਡ ਦਾਤਾ, ਸੋ ਕਿਉ ਮਨੋ ਵਿਸਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਹਨ। ਆਪਣੇ ਪਾਵਨ ਦਰਬਾਰ ਦੀ ਦਾਤ, ਚਰਨ ਹਜ਼ੂਰੀ ਦੀ ਦਾਤ, ਸੰਗਤ ਦੀ ਦਾਤ ਬਖਸ਼ੀ ਹੈ। ਔਰ ਗੁਰਸੰਗਤ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਬੇਅੰਤ ਬਖਸ਼ਿਸ਼ਾਂ ਭਰੇ ਇਹ ਪਾਵਨ ਬਚਨ ਹਨ। ਔਰ ਕਰੀਬਨ ਹਰ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਸਤ ਸੰਗੀ, ਗੁਰਬਾਣੀ ਦੇ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਦੀ ਰਸਨਾ ਤੇ ਇਹ ਬਚਨ ਰਹਿੰਦੇ ਹਨ। ਸੋ ਇਹ ਬਚਨ ਆਪ ਜੀ ਨੇ ਕੀਰਤਨ ਰੂਪ 'ਚ ਸ਼ਰਵਣ ਕੀਤੇ ਨੇ। ਉਪਰੰਤ ਗੁਰਬਾਣੀ ਵਿਚਾਰ ਦੀ ਜੋ ਲੜੀ ਚੱਲ ਰਹੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਰੱਬੀ ਬਾਣੀ, ਇਲਾਹੀ ਬਾਣੀ ਆਨੰਦ ਸਾਹਿਬ ਜੀ ਦੀ 28 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਪਿਆਰ ਸਹਿਤ ਸ਼ਰਵਣ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ
ਪੌੜੀ ਰਾਹੀਂ ਸਾਨੂੰ ਇਹ ਸਮਝਾ ਰਹੇ ਨੇ ਕਿ ਜੇ ਜੀਵਨ ਨੂੰ ਆਨੰਦ ਭਰਪੂਰ ਬਣਾਉਣਾ ਹੈ ਤੇ ਉਸ ਮਾਲਕ ਨੂੰ ਆਪਣੇ ਮਨ 'ਚ ਹਮੇਸ਼ਾ ਵਸਾ ਕੇ ਰੱਖੋ। ਕਦੇ ਵੀ ਉਸ ਮਾਲਕ ਨੂੰ ਆਪਣੇ ਮਨ 'ਚੋਂ ਨਾ ਵਿਸਾਰੋ, ਨਾ ਭੁਲਾਵੋ, ਜਿਹੜਾ ਮਾਲਕ ਸਾਡਾ ਰਖਵਾਲਾ ਹੈ, ਹਰ ਜਗ੍ਹਾ 'ਤੇ ਰੱਖਿਆ ਕਰਨ ਵਾਲਾ ਹੈ। ਉਹਦੇ 'ਚ ਆਪਣੀ ਲਿਵ ਨੂੰ, ਸੁਰਤ ਨੂੰ ਜੋੜਨਾ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦੀਆਂ ਬੇਅੰਤ ਬਖਸ਼ਿਸ਼ਾਂ ਹਨ। ਵੈਸੇ ਤੇ ਹਰ ਜਗ੍ਹਾ 'ਤੇ, ਹਰ ਥਾਂ 'ਤੇ ਸਾਡਾ ਰਾਖਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਹੈ ਮਾਤਾ ਦੇ ਉਦਰ ਦੀ। ਜੀਵਨ ਦਾ ਉਹ ਸਮਾਂ ਜਦੋਂ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਕਾਰਨ ਜੀਵ ਦੀ ਮਾਂ ਦੇ ਉਦਰ ਅੰਦਰ, ਪੇਟ ਅੰਦਰ ਉਤਪਤੀ ਹੋ ਚੁੱਕੀ ਹੈ। ਜੀਵਨ ਦਾ ਆਰੰਭ ਹੋ ਚੁੱਕਿਆ ਹੈ, ਪਰ ਅਜੇ ਸੰਸਾਰ ਅੰਦਰ ਇਹਦਾ ਜਨਮ ਨਹੀਂ ਹੋਇਆ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਰਾਗ ਅੰਦਰ ਜੀਵਨ ਨੂੰ 4 ਪਹਿਰਾਂ ਦੇ ਵਿੱਚ ਵੰਡਿਆ ਹੈ। ਜਿਵੇਂ ਦਿਨ ਦੇ 4 ਪਹਿਰ ਜਾਂ ਰਾਤ ਦੇ 4 ਪਹਿਰ ਹੁੰਦੇ ਨੇ, ਤੇ ਦਿਨ ਤੇ ਰਾਤ ਦੇ 4-4 ਪਹਿਰ ਮਿਲਾ ਕੇ 8 ਪਹਿਰ ਬਣਦੇ ਹਨ। ਉਹਨਾਂ ਨੇ ਜ਼ਿੰਦਗੀ ਨੂੰ ਇੱਕ ਰਾਤ ਕਿਹਾ ਹੈ, ਤੇ ਇੱਕ ਰਾਤ ਦੇ ਵਿੱਚ 4 ਪਹਿਰ ਹੁੰਦੇ ਨੇ। ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਹੈ, ਔਰ ਜਿਹੜੇ ਰਾਤ ਦੇ ਪਹਿਰ ਹਨ ਉਹ ਸ਼ਾਮ ਦੇ 6 ਵਜੇ ਤੋਂ ਸ਼ੁਰੂ ਹੁੰਦੇ ਹਨ। 6 ਤੋਂ 9 ਪਹਿਲਾ ਪਹਿਰ, 9 ਤੋਂ 12 ਦੂਜਾ ਪਹਿਰ, 12 ਤੋਂ 3 ਤੀਜਾ ਪਹਿਰ, ਤੇ 3 ਤੋਂ ਅੱਗੇ 6 ਚੌਥਾ ਪਹਿਰ। ਬਾਣੀ 'ਚ ਜਿੱਥੇ ਸਤਿਗੁਰੂ ਨੇ ਅੰਮ੍ਰਿਤ ਵੇਲੇ ਦੀ ਗੱਲ ਵੀ ਕੀਤੀ ਹੈ ਨਾ, ਉੱਥੇ ਚੌਥੇ ਪਹਿਰ ਦਾ ਜ਼ਿਕਰ ਆਉਂਦਾ ਹੈ ਕਿ ਚੌਥੇ ਪਹਿਰ ਸੁਬਾਹ ਕੇ, ਜਿਹੜਾ ਸਵੇਰ ਦਾ ਅੰਮ੍ਰਿਤ ਵੇਲੇ ਦਾ ਰਹਿਣ ਦਾ ਚੌਥਾ ਪਹਿਰ ਹੈ। ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਕਈ ਵਾਰ ਅਕਸਰ ਕੁਝ ਪੁੱਛਦੇ ਜੀ ਅੰਮ੍ਰਿਤ ਵੇਲੇ ਦਾ ਐਨ ਨੈਟ ਸਮਾਂ ਕਿਹੜਾ ਹੈ, ਤੇ ਜੇ ਇਸ ਪੱਖ ਨੂੰ ਵੇਖੀਏ ਤੇ ਫਿਰ ਚੌਥਾ ਪਹਿਰ ਰਹਿਣ ਦਾ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਅੰਮ੍ਰਿਤ ਵੇਲੇ ਦਾ ਸਮਾਂ, ਕਿਉਂਕਿ ਬਾਣੀ ਨੇ ਹੋਰ ਜਗ੍ਹਾ ਤੇ ਚੌਥੇ ਪਹਿਰ ਦੇ ਰਾਹੀਂ ਸਾਨੂੰ ਸਮਝਾਇਆ ਹੈ ਕਿ ਉਹ ਸਮਾਂ ਜੁੜੋ। ਖੈਰ 3 ਤੋਂ ਲੈ ਕੇ 6 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਇਹ ਰਾਤ ਦੇ 4 ਪਹਿਰ। ਇਸੇ ਤਰ੍ਹਾਂ ਦਿਨ ਦੇ ਜਿਹੜੇ 4 ਪਹਿਰ ਨੇ ਉਹ ਫਿਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮਾਂ ਦੇ 6 ਵਜੇ ਤੱਕ ਉਹ 3-3 ਘੰਟਿਆਂ ਦੇ ਗਰੁੱਪ ਚੱਲਦੇ। ਹੁਣ ਗੁਰੂ ਨਾਨਕ ਮਹਾਰਾਜ ਨੇ ਉੱਥੇ ਕਿਹਾ ਕਿ ਜ਼ਿੰਦਗੀ ਇੱਕ ਰਾਤ ਹੈ। ਵੈਸੇ ਤੇ ਬਾਣੀ ਦੇ ਬੜੇ ਸ਼ਬਦ ਨੇ ਜਿਨ੍ਹਾਂ 'ਚ ਜ਼ਿੰਦਗੀ ਨੂੰ ਰਾਤ ਕਿਹਾ ਗਿਆ ਹੈ, ਰਹਿਣ ਕਿਹਾ ਗਿਆ ਹੈ, ਤੇ ਉੱਥੇ ਜ਼ਿੰਦਗੀ ਰੂਪੀ ਰਾਤ ਨੂੰ ਹਜ਼ੂਰ ਨੇ 4 ਪਾਰਟਾਂ 'ਚ ਵੰਡਿਆ ਹੈ, 4 ਪਹਿਰਾਂ 'ਚ ਵੰਡਿਆ ਹੈ। ਔਰ ਉਹਦੇ 'ਚ ਫਿਰ ਪਹਿਲਾ ਪਹਿਰ ਸਤਿਗੁਰੂ ਨੇ ਉਹ ਵਰਣਨ ਕੀਤਾ ਹੈ ਜਿਹੜਾ ਹਰ ਜੀਵ, ਹਰ ਮਨੁੱਖ ਮਾਂ ਦੇ ਉਦਰ ਦੇ ਅੰਦਰ ਜਿਹੜਾ ਪਹਿਲਾ ਸਮਾਂ ਬਤੀਤ ਕਰਦਾ ਹੈ, 9-10 ਮਹੀਨਿਆਂ ਦਾ ਸਮਾਂ, ਉਹਨੂੰ ਗੁਰੂ ਕਹਿੰਦੇ ਪਹਿਲਾ ਪਹਿਰ ਹੈ। ਉਦੋਂ ਬਾਅਦ ਜਨਮ ਹੋਇਆ ਸੰਸਾਰ ਅੰਦਰ, ਫਿਰ ਬਚਪਨ ਦਾ ਸਮਾਂ ਚੱਲਦਾ, ਇਹਨੂੰ ਗੁਰੂ ਕਹਿੰਦੇ ਜੀਵਨ ਦਾ ਦੂਜਾ ਪਹਿਰ। ਉਦੋਂ ਬਾਅਦ ਜਵਾਨੀ ਚੱਲਦੀ ਹੈ, ਉਹਨੂੰ ਜੀਵਨ ਦਾ ਤੀਜਾ ਪਹਿਰ ਕਿਹਾ ਗਿਆ। ਫਿਰ ਬੁਢਾਪਾ ਹੈ, ਉਹਨੂੰ ਚੌਥਾ ਪਹਿਰ ਕਿਹਾ ਗਿਆ, ਤੇ ਫਿਰ ਉਸ ਪਹਿਰ ਤੋਂ ਬਾਅਦ ਜ਼ਿੰਦਗੀ ਰੂਪੀ ਰਹਿਣ ਮੁੱਕ ਜਾਂਦੀ ਹੈ। ਹੁਣ ਉਹ ਜਿਹੜਾ ਜੀਵਨ ਦਾ ਪਹਿਲਾ ਪਹਿਰ ਹੈ, ਸਤਿਗੁਰੂ ਨੇ ਉੱਥੇ ਜ਼ਿਕਰ ਕੀਤਾ ਹੈ ਕਿ ਪਹਿਲੇ ਪਹਿਰੇ ਰਹਿਣ ਕੇ ਵਣਜ਼ਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਜ਼ਿੰਦਗੀ ਤੇਰੀ ਸ਼ੁਰੂ ਹੋਈ, ਜ਼ਿੰਦਗੀ ਦਾ ਪਹਿਲਾ ਪਹਿਰ ਸ਼ੁਰੂ ਹੋਇਆ, ਤੇ ਕੀ ਹੋਇਆ? ਮਹਾਰਾਜ ਕਹਿੰਦੇ ਹੁਕਮ ਭਇਆ ਗਰਭਾਸ। ਮਾਲਕ ਦੇ ਹੁਕਮ ਦੇ ਨਾਲ ਮਾਂ ਦੇ ਉਦਰ ਅੰਦਰ, ਗਰਭ ਅੰਦਰ ਤੇਰੀ ਉਤਪਤੀ ਹੋਈ। ਹੁਕਮ ਭਇਆ ਗਰਭਾਸ, ਉਰਦ ਅੰਤਰ ਤਪ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ।
ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ। ਮਹਾਰਾਜ ਕਹਿੰਦੇ ਉੱਥੇ ਤੂੰ ਪਰਮੇਸ਼ਰ ਦੇ ਧਿਆਨ ਦੇ ਵਿੱਚ ਜੁੜਿਆ ਸੀ। ਹੁਣ ਵੇਖੋ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਨਾ, ਕਿਸੇ ਦਾ ਕੋਈ ਬੱਚਾ ਹੈ ਜਾਂ ਸਾਡਾ ਜਾਣਕਾਰ ਹੈ ਕੋਈ, ਅਸੀਂ ਉਹਦੇ ਜਨਮ ਤੋਂ ਲੈ ਕੇ ਬਚਪਨ ਵੇਖਦੇ ਹਾਂ, ਜਵਾਨੀ ਵੇਖੀ, ਕਿਸੇ ਦਾ ਬੁਢਾਪਾ ਵੇਖਿਆ, ਅਸੀਂ ਦੱਸ ਸਕਦੇ ਹਾਂ ਜੀ ਉਹਨੇ ਬਚਪਨ 'ਚ ਰੱਬ ਨੂੰ ਜਪਿਆ, ਜਵਾਨੀ 'ਚ ਜਪਿਆ, ਬੁਢਾਪੇ 'ਚ ਜਪਿਆ ਕਿ ਨਹੀਂ ਜਪਿਆ। ਪਰ ਜਿਹੜਾ ਉਦੋਂ ਪਹਿਲਾਂ ਦਾ ਉਹ ਪਾਰਟ ਹੈ, ਸਮਾਂ ਹੈ ਜੀਵਨ ਦਾ, ਲਾਈਫ ਦਾ, ਹਰ ਇੱਕ ਦਾ, ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈ। ਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਸਮਾਂ ਹੈ ਨਾ, ਮਾਤਾ ਦੇ ਉਦਰ ਅੰਦਰ ਜੀਵ ਅਕਾਲ ਪੁਰਖ ਦੇ ਧਿਆਨ 'ਚ ਜੁੜਿਆ ਹੁੰਦਾ ਹੈ। ਹੁਣ ਉਹ ਸਤਿਗੁਰੂ ਜਾਣਦੇ ਹਨ, ਅਸੀਂ ਨਹੀਂ ਜਾਣਦੇ, ਪਰ ਜੋ ਗੁਰੂ ਨੇ ਕਿਹਾ, ਕਿਉਂਕਿ ਸਾਨੂੰ ਗੁਰੂ ਤੇ ਅਟਲ ਵਿਸ਼ਵਾਸ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਮਾਂ ਦੇ ਉਦਰ ਅੰਦਰ, ਤੇਰੀ ਹਾਲਤ ਐਸੀ ਸੀ ਕਿ ਮੁਖ ਤਲੈ ਪੈਰ ਉੱਪਰੈ ਵਸੰਦੋ ਕੋਥੜੈ ਥਾਏ। ਮੂੰਹ ਤੇਰਾ ਹੇਠਾਂ ਨੂੰ ਸੀ, ਪੈਰ ਉੱਪਰ ਨੂੰ ਸੀ, ਉਲਟਾ ਤੂੰ ਲਟਕਿਆ ਪਿਆ ਸੀ। ਤੇ ਸੋ ਧਣੀ ਕਿਉਂ ਵਿਸਾਰਿਓ ਉਧਰ ਹੈ ਜਿਸ ਦਾ ਨਾਏ। ਮਹਾਰਾਜ ਕਹਿੰਦੇ ਉਸ ਮਾਲਕ ਦੇ ਨਾਮ ਦੇ ਨਾਲ ਤੂੰ ਜੁੜਿਆ ਸੀ, ਤਾਂ ਬਚਿਆ ਸੀ, ਤਾਂ ਅੱਗੇ ਸੰਸਾਰ ਅੰਦਰ ਤੇਰੇ ਜੀਵਨ ਦੀ ਆਰੰਭਤਾ ਹੋਈ। ਜਾਂ ਇੱਕ ਜਗ੍ਹਾ ਤੇ ਆਪਾਂ ਮੁੱਖ ਵਾਕ ਰੂਪ 'ਚ ਉਹ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਕਹਿਣ ਦਾ ਭਾਵ ਕਿ ਸਤਿਗੁਰੂ ਜੀ ਨੇ ਇਹਨਾਂ ਸ਼ਬਦਾਂ ਦੇ ਰਾਹੀਂ ਇਹ ਚੀਜ਼ ਸਮਝਾਈ ਹੈ ਕਿ ਉਹ ਜਿਹੜਾ ਜੀਵ ਦੇ ਜੀਵਨ ਦਾ ਪਹਿਲਾ ਪੈਰ ਹੈ, ਸੰਸਾਰ ਅੰਦਰ ਜਨਮ ਨਹੀਂ ਹੋਇਆ ਪਰ ਮਾਂ ਦੇ ਉਦਰ ਅੰਦਰ ਉਤਪਤੀ ਹੋ ਚੁੱਕੀ ਹੈ। ਉਸ ਵਕਤ ਜੀਵਨ ਨੂੰ ਕੌਣ ਪਾਲਦਾ ਪਿਆ ਹੈ, ਕੌਣ ਸੰਭਾਲਦਾ ਪਿਆ ਹੈ, ਕੌਣ ਰਿਜ਼ਕ ਦਿੰਦਾ ਪਿਆ ਹੈ। ਭਾਵ ਉਹਨੂੰ ਅੰਦਰ, ਹੁਣ ਵੇਖੋ ਕਰਤੇ ਪੁਰਖ ਵਾਹਿਗੁਰੂ ਦਾ ਬਣਾਇਆ ਸਿਸਟਮ ਹੀ ਹੈ ਨਾ, ਜਿਹਦੇ ਨਾਲ ਉਹ ਬੱਚਾ ਪੈਦਾ ਹੁੰਦਾ ਹੈ, ਬੱਚੇ ਦਾ ਜਿਹੜਾ ਵਿਕਾਸ ਹੈ ਉਹ ਚੱਲਦਾ ਹੈ। ਵਾਹਿਗੁਰੂ ਨੇ, ਹੁਣ ਅਸੀਂ ਕਹਿੰਦੇ ਪਰਮਾਤਮਾ ਕਰਤਾ ਪੁਰਖ ਹੈ ਜੀ, ਉਹ ਸਭ ਨੂੰ ਬਣਾਉਣ ਵਾਲਾ। ਉਹਦਾ ਭਾਵ ਉਹਨੇ ਆਪਣੇ ਕੁਦਰਤ ਦਾ ਐਸਾ ਸਿਸਟਮ, ਐਸਾ ਨਿਯਮ ਬਣਾ ਦਿੱਤਾ ਹੈ ਕਿ ਜਿਸ ਨਿਯਮ ਦੇ ਵਿੱਚ ਇਹ ਉਤਪਤੀ ਲਗਾਤਾਰ ਚੱਲ ਰਹੀ ਹੈ, ਲਗਾਤਾਰ ਚੱਲ ਰਹੀ ਉਹਦੇ ਨਿਯਮ ਦੇ ਵਿੱਚ। ਇਹਨੂੰ ਮਹਾਰਾਜ ਹੁਕਮ ਵੀ ਕਹਿੰਦੇ ਹਨ ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ। ਉਹਨੇ ਹੁਕਮ, ਉਹਨੇ ਨਿਯਮ ਬਣਾ ਦਿੱਤਾ, ਉਸ ਨਿਯਮ ਦੇ ਮੁਤਾਬਕ ਲਗਾਤਾਰ ਸੰਸਾਰ ਦੀ ਇਹ ਜਿਹੜੀ ਖੇਡ ਹੈ, ਰੰਗ ਤਮਾਸ਼ਾ ਹੈ, ਇਹ ਚੱਲ ਰਿਹਾ ਹੈ। ਇਹਨੂੰ ਮਹਾਰਾਜ ਕਹਿੰਦੇ ਕੀਆ ਖੇਲ ਬੜ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹਦੇ ਨਾਲ ਜੁੜ। ਵੇਖ ਮਾਂ ਦੇ ਉਦਰ ਅੰਦਰ ਬੱਚਾ ਉਸ ਮਾਲਕ ਦੇ ਨਾਲ ਜੁੜਿਆ ਸੀ, ਆਨੰਦ 'ਚ ਸੀ, ਕੋਈ ਪਰੇਸ਼ਾਨੀ, ਕੋਈ ਚਿੰਤਾ, ਕੋਈ ਦੁੱਖ, ਕੋਈ ਕੁਝ ਨਹੀਂ, ਬਸ ਮਾਲਕ ਦੇ ਵਿੱਚ ਸੁਰਤ ਲਿਵ ਜੁੜੀ ਹੈ, ਆਨੰਦ ਦੇ ਵਿੱਚ ਹੈ। ਮਹਾਰਾਜ ਕਹਿੰਦੇ ਉਹਦੇ ਨਾਲ ਜੁੜ, ਤੇਰਾ ਜੀਵਨ ਆਨੰਦ ਭਰਪੂਰ ਬਣੇਗਾ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ। ਗੁਰੂ ਕਹਿੰਦੇ ਜਿਹੜਾ ਦਾਤਾ ਮਾਤਾ ਦੇ ਉਦਰ ਅੰਦਰ ਪਾਲਣਾ ਕਰਨ ਵਾਲਾ ਹੈ, ਤੈਨੂੰ ਪਾਲ ਰਿਹਾ ਸੀ, ਸੋ ਕਿਉਂ ਮਨੋ ਵਿਸਾਰੀ ਹੈ। ਜਿਹਨੇ ਸਾਨੂੰ ਮਾਤਾ ਦੇ ਉਦਰ ਅੰਦਰ ਪਾਲਿਆ, ਬਚਾਇਆ, ਸੋ ਕਿਉਂ ਮਨੋ ਵਿਸਾਰੀਏ। ਉਸ ਮਾਲਕ ਨੂੰ ਕਿਉਂ ਮਨੋਂ ਭੁਲਾਈਏ। ਵੈਸੇ ਵੀ ਗੁਰੂ ਨੇ ਵੇਖੋ ਇੱਕ ਚੀਜ਼ ਸਾਨੂੰ ਸਭ ਨੂੰ ਸਮਝਾਈ ਹੈ ਕਿ ਸਿੱਖ ਦਾ ਜੀਵਨ ਸ਼ੁਕਰਾਨੇ ਵਾਲਾ ਜੀਵਨ ਹੋਣਾ ਚਾਹੀਦਾ ਹੈ, ਧੰਨਵਾਦੀ ਜੀਵਨ ਹੋਣਾ ਚਾਹੀਦਾ ਹੈ। ਅਕਿਰਤ ਘਾਣ ਨੂੰ ਗੁਰਮਤਿ ਨੇ, ਗੁਰੂ ਸਾਹਿਬ ਨੇ ਕਬੂਲ ਨਹੀਂ ਕੀਤਾ ਹੈ। ਅਕਿਰਤ ਘਾਣ ਦਾ ਨਾਂ ਲੈਣਾ ਵੀ ਮਾੜਾ ਕਿਹਾ ਗਿਆ ਹੈ। ਭਾਈ ਗੁਰਦਾਸ ਸਾਹਿਬ ਤੇ ਇੱਕ ਜਗ੍ਹਾ ਤੇ ਕਹਿੰਦੇ ਕਿ ਧਰਤੀ ਨੂੰ ਪੁੱਛਿਆ ਗਿਆ, ਸਾਰਿਆਂ ਤੋਂ ਵੱਧ ਭਾਰ ਕਿਸ ਚੀਜ਼ ਦਾ ਤੈਨੂੰ ਮਹਿਸੂਸ ਹੁੰਦਾ ਹੈ, ਜਿਹਦਾ ਭਾਰ ਤੂੰ ਸਹਾਰ ਨਹੀਂ ਸਕਦੀ ਹੈ, ਜਿਹਦਾ ਬੋਝ ਲੱਗਦਾ ਹੈ ਸੰਸਾਰ ਤੇ ਰਹਿਣਾ। ਤੇ ਭਾਈ ਸਾਹਿਬ ਕਹਿੰਦੇ, ਪੁੱਛਣ ਵਾਲੇ ਨੇ ਪੁੱਛਿਆ ਕਿੰਨੇ ਉੱਚੇ ਉੱਚੇ ਪਹਾੜ ਨੇ ਤੇਰੇ ਤੇ, ਕੀ ਪਹਾੜਾਂ ਦਾ ਭਾਰ ਮਹਿਸੂਸ ਹੁੰਦਾ ਹੈ? ਧਰਤੀ ਕਹਿਣ ਲੱਗੀ ਨਹੀਂ।
ਇੰਨੀਆਂ ਉੱਚੀਆਂ ਉੱਚੀਆਂ ਇਮਾਰਤਾਂ ਨੇ, ਉਹਨਾਂ ਦਾ ਭਾਰ ਹੈ। ਕਹਿਣ ਲੱਗੀ ਨਹੀਂ, ਇੰਨੀ ਬਨਸਪਤੀ ਹੈ, ਉਹਦਾ ਭਾਰ ਬੜਾ ਲੱਗਦਾ ਹੋਏਗਾ, ਕਿੰਨੇ ਕਿੰਨੇ ਵੱਡੇ ਪੇੜ ਪੌਦੇ। ਨਹੀਂ, ਕਹਿਣ ਲੱਗੀ ਉਹਨਾਂ ਦਾ ਵੀ ਭਾਰ। ਇੰਨੇ ਪਸ਼ੂ ਨੇ, ਉਹਨਾਂ ਦਾ ਭਾਰ। ਕਹਿਣ ਲੱਗੀ ਉਹ ਵੀ ਕੋਈ ਪਰਵਾਹ ਨਹੀਂ, ਕੋਈ ਭਾਰ ਨਹੀਂ ਹੈ। ਇੰਨੇ ਮਨੁੱਖ ਰਹਿੰਦੇ ਹਨ, ਉਹਨਾਂ ਦਾ ਭਾਰ। ਕਹਿਣ ਲੱਗੀ ਨਹੀਂ ਜੀ, ਫਿਰ ਕਿਸ ਚੀਜ਼ ਦਾ ਭਾਰ ਹੈ? ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਧਰਤੀ ਦਾ ਉੱਤਰ ਕੀ ਸੀ? ਭਾਰੇ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਭਾਰ ਲੱਗਦਾ ਹੈ ਇੱਕ ਅਕਿਰਤ ਘਣ ਦਾ ਭਾਰ। ਅਕਿਰਤ ਘਣ ਦਾ ਭਾਰ ਮੇਰੇ ਲਈ ਚੁੱਕਣਾ ਔਖਾ ਹੈ। ਅਕਿਰਤ ਘਣ ਦੇ ਬੋਝ ਦੇ ਨਾਲ ਮੇਰੀ ਹਾਲਤ ਵੀ ਅੱਤ ਦੀ ਮੰਦੀ ਹੋ ਜਾਂਦੀ ਹੈ। ਉਹਦੇ ਤੋਂ ਬਿਨਾਂ ਹੋਰ ਕਿਸੇ ਦਾ ਬੋਝ ਨਹੀਂ ਹੈ। ਤੇ ਅਕਿਰਤ ਘਣ ਕੌਣ ਹੈ? ਮਹਾਰਾਜ ਕਹਿੰਦੇ ਕੀਤਾ ਨਾ ਜਾਣੈ ਕਿਰਤ ਘਣ, ਜਿਹੜਾ ਕੀਤੇ ਹੋਏ ਨੂੰ ਜਾਣਦਾ ਨਹੀਂ ਹੈ, ਜਿਹਦੇ ਅੰਦਰ ਸ਼ੁਕਰਾਨਾ ਨਹੀਂ ਹੈ, ਸ਼ੁਕਰ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ। ਅਸੀਂ ਉਹਨਾਂ ਅਪਰਾਧੀਆਂ ਦੀ, ਅਕਿਰਤ ਘਾਣਾ ਦੀ ਸ਼੍ਰੇਣੀ 'ਚ ਆਵਾਂਗੇ ਜੇ ਅਸੀਂ ਉਸ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਦੇ, ਜਿਹੜੇ ਮਾਲਕ ਨੇ ਰਹਿਮਤ ਕਰਕੇ ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਜਿਹਨੇ ਸਰੀਰ ਦਿੱਤਾ, ਜਿੰਦ ਦਿੱਤੀ, ਆਤਮਾ ਦਿੱਤੀ, ਜਿਹੜਾ ਹਰ ਜਗ੍ਹਾ ਤੇ ਰੱਖਿਆ ਕਰਨ ਵਾਲਾ, ਜੇ ਉਹਨੂੰ ਨਹੀਂ ਧਿਆਉਂਦੇ ਹਾਂ ਤੇ ਫਿਰ ਅਕਿਰਤ ਘਣ। ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਮਹਾਰਾਜ ਕਹਿੰਦੇ ਮਾਂ ਦੇ ਗਰਭ ਅੰਦਰ ਜਠਰ ਅਗਨ ਸੀ। 4 ਪ੍ਰਕਾਰ ਦੀ ਵੇਖੋ ਵਿਚਾਰਵਾਨਾਂ ਨੇ ਅੱਗ ਮੰਨੀ ਹੈ। ਬਾਣੀ ਨੇ ਵੈਸੇ ਇੱਕ ਤੇ ਬਾਹਰ ਦੀ 4 ਤਰ੍ਹਾਂ ਦੀ ਅੱਗ ਦੀ ਗੱਲ ਕੀਤੀ ਹੈ, ਇੱਕ ਅੰਦਰ ਦੀ ਅੱਗ 4 ਪ੍ਰਕਾਰ ਦੀ ਅੱਗ ਉਹ ਵੱਖਰੀ ਗੱਲ ਕੀਤੀ ਹੈ। ਹੁਣ ਜਿਹੜੀ ਬਾਹਰ ਦੇ ਵਿਦਵਾਨ 4 ਪ੍ਰਕਾਰ ਦੀ ਅੱਗ ਕਹਿੰਦੇ ਹਨ, ਇੱਕ ਤੇ ਹੈ ਜਿਹੜੀ ਉਹ ਸਧਾਰਨ ਅੱਗ ਜਿਹੜੀ ਅਸੀਂ ਘਰਾਂ 'ਚ ਵਰਤਦੇ ਹਾਂ, ਭੋਜਨ ਪਾਣੀ ਤਿਆਰ ਹੁੰਦਾ ਹੈ ਅਗਨ। ਇੱਕ ਹੈ ਸਰੀਰ ਦੇ ਅੰਦਰ ਅਗਨ ਹੁੰਦੀ ਹੈ, ਇਹਨੂੰ ਕਿਹਾ ਜਾਂਦਾ ਹੈ ਜਠਰ ਅਗਨ। ਹਰ ਮਨੁੱਖ ਦੇ ਅੰਦਰ ਉਹ ਤਪਸ਼, ਉਹ ਅਗਨ ਹੈ। ਜੇ ਉਹ ਅਗਨ ਨਾ ਹੋਵੇ, ਮੁਰਦੇ ਦੀ ਨਿਸ਼ਾਨੀ ਕੀ ਹੁੰਦੀ ਹੈ? ਠੰਡਾ ਪੈ ਗਿਆ, ਉਹ ਅੱਗ ਅੰਦਰ ਦੀ ਖਤਮ ਹੋ ਗਈ, ਠੰਡਾ ਅੱਗ ਨਹੀਂ ਰਹੀ ਹੈ, ਉਹ ਤਪਸ਼ ਨਹੀਂ ਰਹੀ ਹੈ। ਹਰ ਸਰੀਰ ਦੇ ਅੰਦਰ ਅੱਗ ਹੈ, ਉਸ ਅੱਗ ਨੂੰ ਵਿਚਾਰਵਾਨਾਂ ਵਿਦਵਾਨਾਂ ਨੇ ਨਾਮ ਦਿੱਤਾ ਹੈ ਜਠਰ ਅਗਨ। ਇੱਕ ਅੱਗ ਹੈ ਜਿਹੜੀ ਜੰਗਲਾਂ 'ਚ ਅੱਗ ਲੱਗਦੀ ਹੈ ਤੇ ਜੰਗਲਾਂ ਦੇ ਜੰਗਲ ਸੜ ਕੇ ਸੁਆਹ ਹੋ ਜਾਂਦੇ ਹਨ। 2 ਬਾਂਸਾਂ ਦੇ ਟਕਰਾਉਣ ਦੇ ਨਾਲ ਜਿਹੜੀ ਅੱਗ ਪੈਦਾ ਹੁੰਦੀ ਹੈ, ਉਹਨੂੰ ਕਿਹਾ ਜਾਂਦਾ ਹੈ ਦਾਵਾ ਅਗਨ। ਬਾਣੀ 'ਚ ਗੁਰੂ ਕਾ ਬਚਨ ਹੈ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹੇ ਹੋਰੀ। ਜੰਗਲਾਂ 'ਚ ਲੱਗਣ ਵਾਲੀ ਅੱਗ ਨੂੰ ਕਿਹਾ ਜਾਂਦਾ ਹੈ ਦਾਵਾ ਅਗਨ। ਤੇ ਇੱਕ ਅੱਗ ਜਿਹੜੀ ਪਾਣੀ 'ਚ ਲੱਗਦੀ ਹੈ ਸਮੁੰਦਰਾਂ 'ਚ, ਕਿਉਂਕਿ ਤੇਲ ਹੁੰਦਾ ਹੈ ਤੇ ਉਹ ਪਾਣੀ 'ਚ ਵੀ ਅੱਗ ਲੱਗਦੀ ਹੈ, ਉਹਨੂੰ ਕਿਹਾ ਜਾਂਦਾ ਹੈ ਬੜਵਾ ਅਗਨ। 4 ਪ੍ਰਕਾਰ ਦੀ ਇਹ ਅੱਗ ਹੈ। ਇੱਕ ਜਗ੍ਹਾ ਮਹਾਰਾਜ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਚਰਨੀ ਲੱਗ। ਗੁਰੂ ਕਹਿੰਦੇ ਬੰਦੇ ਦੇ ਅੰਦਰ ਹੀ 4 ਪ੍ਰਕਾਰ ਦੀ ਅੱਗ ਹੈ। ਬਾਹਰ ਦੀ ਤਾਂ ਹਾਂ ਠੀਕ ਹੈ ਜਿਹੜੀ ਅੱਗ ਹੈ, ਪਰ ਪਾਤਸ਼ਾਹ ਕਹਿੰਦੇ ਮਨੁੱਖ ਦੇ ਅੰਦਰ ਵੇਖੋ ਹੰਸ ਹੇਤ ਲੋਭ ਕੋਪ, ਹਿੰਸਾ ਦੀ ਅੱਗ, ਲੋਭ ਦੀ ਅੱਗ, ਕ੍ਰੋਧ ਦੀ ਅੱਗ, ਮੋਹ ਦੀ ਅੱਗ। ਹੰਸ ਹਿੰਸਾ, ਹੇਤ ਭਾਵ ਮੋਹ, ਲੋਭ ਲਾਲਚ ਲੋਭ, ਕੋਪ ਕ੍ਰੋਧ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਕਹਿੰਦੇ 4 ਪ੍ਰਕਾਰ ਦੀ ਅੱਗ ਦੀਆਂ ਨਦੀਆਂ ਇਹਦੇ ਅੰਦਰ ਵਹਿੰਦੀਆਂ ਪਈਆਂ ਹਨ। ਤੇ ਜਿਹੜੇ ਜਿਹੜੇ ਉਹ ਨਦੀਆਂ ਦੇ ਪ੍ਰਭਾਵ ਦੇ ਵਿੱਚ, ਅਗਨ ਦੇ ਪ੍ਰਭਾਵ 'ਚ ਆਉਂਦੇ ਜਾਂਦੇ ਨੇ, ਉਹ ਸੜਦੇ ਜਾਂਦੇ ਨੇ। ਤੇ ਜਿਹੜੇ ਜਿਹੜੇ ਗੁਰੂ ਦਾ ਸਹਾਰਾ ਲੈ ਕੇ ਚੱਲਦੇ ਨੇ, ਫਿਰ ਗੁਰੂ ਰਹਿਮਤ ਵਰਤਾਉਂਦੇ ਨੇ ਨਾ। ਕਲ ਤਾਤੀ ਠਾਂਡਾ ਹਰ ਨਾਉ ਵਰਤਾਉਂਦੇ ਨੇ। ਗੁਰੂ ਭਾਹੇ ਬਲੰਦੜੀ ਬੁਝ ਗਈ। ਭਾਹੇ ਦਾ ਮਤਲਬ ਹੈ ਭਾ ਅੱਗ। ਉਹਨਾਂ ਦੇ ਅੰਦਰੋਂ ਵਿਸ਼ਿਆਂ ਵਿਕਾਰਾਂ ਦੀ ਹੰਸ ਹੇਤ ਲੋਭ ਕੋਪ ਦੀ ਜਿਹੜੀ ਅੱਗ ਹੈ ਬੁਝ ਜਾਂਦੀ ਹੈ। ਕਿਹਨਾਂ ਦੇ ਅੰਦਰੋਂ? ਜਿਨ੍ਹਾਂ ਦੇ ਅੰਦਰੋਂ ਵਾਹਿਗੁਰੂ ਆਪ ਉਸ ਅੱਗ ਨੂੰ ਬੁਝਾਉਂਦਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਚਰਨੀ ਲੱਗ।
ਫਿਰ ਮਹਾਰਾਜ ਕਹਿੰਦੇ ਭਾਹੇ ਬੁਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਮਹਾਰਾਜ ਕਹਿੰਦੇ ਉਹਨੂੰ ਜਪ, ਜਿਹੜਾ ਇਹ ਬਾਹਰ ਦੀਆਂ ਵਿਕਾਰਾਂ ਦੀਆਂ ਅੱਗਾਂ ਤੋਂ ਵੀ ਤੈਨੂੰ ਬਚਾਉਣ ਵਾਲਾ ਹੈ। ਔਰ ਮਾਂ ਦੇ ਅੰਦਰ ਦੀ ਜਿਹੜੀ ਜਠਰ ਅਗਨ ਸੀ ਉਹਦੇ ਚੋਂ ਵੀ ਮਾਲਕ ਨੇ ਬਚਾਇਆ। ਨਾ ਕੇਵਲ ਬਚਾਇਆ, ਉਸ ਅੱਗ ਦੇ ਵਿੱਚ ਰਿਜ਼ਕ ਵੀ ਬਖਸ਼ਦਾ ਰਿਹਾ। ਭਗਤ ਧੰਨਾ ਜੀ ਦੇ ਬਚਨ ਹਨ, ਜਨਨੀ ਕੇਰੇ ਉਦਰ ਉਦਕ ਮੈਂ, ਪਿੰਡ ਦੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ, ਐਸਾ ਖਸਮ ਹਮਾਰਾ। ਉਹ ਕਹਿੰਦੇ ਵੇਖੋ ਸਾਡਾ ਮਾਲਕ ਰਿਜ਼ਕ ਦੇਣ ਵਾਲਾ ਰੋਜੀ ਦਹਿੰਦ ਪਰਮਾਤਮਾ ਕਿੰਨਾ ਬੇਅੰਤ ਜੀ, ਰਾਜਕ ਰਹੀਮ ਹੈ, ਕਿੰਨਾ ਉਹ ਰਿਜ਼ਕ ਦੇਣ ਵਾਲਾ, ਰਹਿਮਤਾਂ ਕਰਨ ਵਾਲਾ ਦਾਤਾ ਹੈ। ਮਹਾਰਾਜ ਕਹਿੰਦੇ ਮਾਂ ਦੇ ਉਦਰ ਅੰਦਰ ਉੱਥੇ ਜਠਰ ਅਗਨ ਅੰਦਰ ਵੀ ਜੀਵ ਨੂੰ ਰਿਜ਼ਕ ਦੇ ਕੇ ਉਹ ਪਾਲਦਾ ਹੈ। ਪਾਤਸ਼ਾਹ ਕਹਿੰਦੇ ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਹੜਾ ਅੱਗ ਦੇ ਵਿੱਚ ਵੀ ਆਹਾਰ ਪਹੁੰਚਾ ਕੇ ਤੇ ਜੀਵ ਨੂੰ ਪਾਲਦਾ ਪਿਆ ਹੈ, ਉਸ ਮਾਲਕ ਨੂੰ ਕਿਉਂ ਮਨੋਂ ਭੁਲਾਈਏ। ਪਿਛਲੇ ਦਿਨ ਵੀ ਆਪਾਂ ਗੱਲ ਕੀਤੀ ਸੀ, ਕਿੰਨਾ ਵੱਡਾ ਦਾਤਾ ਹੈ, ਪਾਣੀ 'ਚ ਵੀ ਰਿਜ਼ਕ ਦਿੰਦਾ, ਪੱਥਰਾਂ 'ਚ ਵੀ ਰਿਜ਼ਕ ਦਿੰਦਾ। ਗੁਰੂ ਕਹਿੰਦੇ ਤੂੰ ਚਿੰਤਾ ਨਾ ਕਰ, ਤੇਰੇ ਰਿਜ਼ਕ ਦੀ ਚਿੰਤਾ ਵਾਹਿਗੁਰੂ ਨੂੰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ। ਉਸ ਨੂੰ ਕਿ ਪੋ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਮਹਾਰਾਜ ਕਹਿੰਦੇ ਗੱਲ ਹੈ ਅਸਲ 'ਚ ਕਰਤੇ ਪੁਰਖ ਦੇ ਨਾਲ ਜੁੜੀ ਹੋਈ ਲਿਵ ਦੀ। ਔਰ ਪਿੱਛੇ 6ਵੀਂ ਪੌੜੀ 'ਚ ਵੀ ਇਹ ਬਚਨ ਆਪਾਂ ਪੜ੍ਹੇ ਸਨ ਕਿ ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਉਹ ਬਾਣੀ 'ਚ ਕਿੰਨੀ ਜਗ੍ਹਾ ਤੇ ਕੂੰਜ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ ਕਿ ਊੜੈ ਊੜ ਆਵੇ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕਹਿੰਦੇ ਕੂੰਜ ਆਪਣੇ ਆਂਡੇ ਛੱਡ ਕੇ ਸੈਂਕੜੇ ਕੋਹਾਂ ਉੱਡ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੀਆਂ ਹਨ। ਪਿੱਛੇ ਹੀ ਉਹਨਾਂ ਦੇ ਆਂਡੇ ਹਨ, ਆਂਡਿਆਂ 'ਚੋਂ ਬੱਚੇ ਨਿਕਲਦੇ ਨੇ, ਬੱਚਿਆਂ ਨੂੰ ਰਿਜ਼ਕ ਮਿਲਦਾ ਹੈ। ਤੇ ਉਹ ਜਿਹੜੇ ਪਸ਼ੂ ਪੰਛੀਆਂ ਦੀ ਖੋਜ ਕਰਨ ਵਾਲੇ ਹਨ, ਜਿਹੜੇ ਬਹੁਤ ਗਹਿਰਾਈ ਤੱਕ ਗਏ ਨੇ, ਕਈ ਤਰ੍ਹਾਂ ਦੇ ਜਿਨ੍ਹਾਂ ਨੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਹਟਾਇਆ ਹੈ, ਜਿਹਨੂੰ ਆਪਾਂ ਡਿਸਕਵਰੀ ਕਹਿੰਦੇ, ਡਿਸਕਵਰ ਕਰਨਾ। ਉਹ ਵਿਦਵਾਨਾਂ ਦੇ ਵਿਚਾਰਵਾਨਾਂ ਦੇ ਐਸੇ ਬੋਲ ਪੜ੍ਹਨ ਦੇ ਲਈ ਮਿਲਦੇ ਹਨ ਕਿ ਕੂੰਜ ਆਪਣੇ ਬੱਚੇ ਨੂੰ, ਆਪਣੇ ਆਂਡੇ ਨੂੰ ਹਮੇਸ਼ਾ ਆਪਣੇ ਧਿਆਨ ਦੇ ਵਿੱਚ ਰੱਖਦੀ ਹੈ। ਜਿਹੜੀ ਕੂੰਜ ਦੇ ਧਿਆਨ ਚੋਂ ਉਹਦੇ ਬੱਚੇ ਦੀ, ਉਹਦੇ ਆਂਡੇ ਦੀ ਯਾਦ ਨਿਕਲ ਜਾਂਦੀ ਹੈ, ਉਸ ਆਂਡੇ ਚੋਂ ਬੱਚਾ ਵੀ ਨਹੀਂ ਨਿਕਲਦਾ ਹੈ, ਉਹ ਆਂਡਾ ਖਰਾਬ ਹੋ ਜਾਂਦਾ ਹੈ। ਇਹ ਇੱਕ ਧਿਆਨ ਦੀ ਖੇਡ ਹੈ, ਧਿਆਨ ਦੀ। ਵਾਹਿਗੁਰੂ ਨੇ ਕੁਦਰਤ ਅੰਦਰ ਹੀ ਐਸੀਆਂ ਤਰੰਗਾਂ ਬਣਾਈਆਂ ਨੇ, ਉਹਨਾਂ ਹੀ ਤੇ ਤਰੰਗਾਂ ਨੂੰ ਪਕੜ ਕੇ ਤੇ ਅੱਜ ਜਿਹੜੇ ਮੋਬਾਈਲ ਫੋਨ ਤੇ ਹੋਰ ਸਾਰੇ ਸਾਧਨ ਚੱਲਦੇ ਹਨ, ਬਿਨਾਂ ਤਾਰਾਂ ਤੋਂ ਵਾਇਰਲੈਸ ਸਾਧਨ। ਆਪਾਂ ਇਤਿਹਾਸ 'ਚ ਪੜ੍ਹਦੇ ਹਾਂ ਜੀ, ਭੈਣ ਨਾਨਕੀ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਨੇ ਤੇ ਮਹਾਰਾਜ ਕਹਿੰਦੇ ਨੇ ਚੱਲ ਮਰਦਾਨਿਆ ਹੁਣ ਸੁਲਤਾਨਪੁਰ ਚਲੀਏ, ਭੈਣ ਚੇਤੇ ਕਰ ਰਹੀ ਹੈ। ਕਾਰਨ ਕੀ, ਕਈ ਵਾਰ ਅਸੀਂ ਕਿਸੇ ਦਾ ਫੋਨ ਆਉਂਦਾ, ਕਹਿੰਦੇ ਲੈ ਜੀ ਹੁਣੇ ਹੀ ਤੁਹਾਨੂੰ ਯਾਦ ਕਰ ਰਹੇ ਸਾਂ ਤੇ ਤੁਹਾਡਾ ਫੋਨ ਆ ਗਿਆ। ਇਹ ਕੁਦਰਤ ਦੀ ਇੱਕ ਖੇਡ ਹੈ, ਜਿਹੜੀ ਲਿਵ ਦੀ, ਸੁਰਤ ਦੀ ਜਿਹੜੀ ਤਾਰ ਤੇ ਵੇਵਸ ਇੱਕ ਦੂਜੇ ਦੇ ਨਾਲ ਜੁੜੀਆਂ ਨੇ। ਇਹੀ ਤੇ ਹੈ ਇੱਕ ਜਿਹਨੂੰ ਪਾਤਸ਼ਾਹ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋਂ, ਜਿਨ ਮੋਹ ਮੀਠਾ ਲਾਇਆ। ਇਹੀ ਇੱਕ ਪਕੜ ਹੈ ਜਿਹਨੇ ਸਮੁੱਚੇ ਬ੍ਰਹਿਮੰਡ ਨੂੰ ਬੰਨਿਆ ਹੋਇਆ ਹੈ। ਅਸੀਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ ਤੇ ਇਸੇ ਦੇ ਨਾਲ ਹੀ ਅਸੀਂ ਕਰਤਾਰ ਦੇ ਨਾਲ, ਨਿਰੰਕਾਰ ਦੇ ਨਾਲ ਜੁੜ ਸਕਦੇ ਹਾਂ। ਕਬੀਰ ਸਾਹਿਬ ਕਹਿੰਦੇ ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ। ਉਹ ਰਸਤਾ ਵੇਂਦੀ ਸੀ ਭੈਣ, ਕਹਿੰਦੇ ਬੜੀ ਬੇਸਬਰੀ ਦੇ ਨਾਲ ਰਸਤਾ ਵੇਖ ਰਹੀਆਂ, ਕਿਹਨੂੰ ਤੱਕ ਰਹੀ, ਕਹਿਣ ਲੱਗੀ ਜੀ ਆਪਣੇ ਪਤੀ ਨੂੰ ਉਡੀਕਦੀ ਪਈਆਂ। ਸੂਰਜ ਢਲ ਗਿਆ, ਸ਼ਾਮਾਂ ਪੈ ਗਈਆਂ, ਹਨੇਰਾ ਹੁੰਦਾ ਪਿਆ ਹੈ, ਅਜੇ ਘਰ ਨਹੀਂ ਪਰਤਿਆ, ਉਹਦਾ ਰਾਹ ਵੇਖ ਰਹੀਆਂ। ਬੇਸਬਰੀ ਉਹਦੀ ਹੈ। ਤੇ ਕਬੀਰ ਸਾਹਿਬ ਕਹਿੰਦੇ ਮੈਂ ਕਿਹਾ ਕਿ ਤੇਰੇ ਰਸਤਾ ਵੇਖਣ ਦੇ ਨਾਲ ਕਿਹੜਾ ਉਹਨੇ ਜਲਦੀ ਆ ਜਾਣਾ, ਹੁਣ ਜਦੋਂ ਆਏਗਾ ਉਦੋਂ ਹੀ ਆਏਗਾ, ਤੂੰ ਬਹਿ ਅੰਦਰ ਘਰ ਅਰਮਾਨ ਦੇ ਨਾਲ। ਨਹੀਂ, ਕਹਿਣ ਲੱਗੀ ਜੀ ਦੂਰੋਂ ਆਉਂਦਾ ਦਿਸ ਜਾਏਗਾ ਤੇ ਪਲ ਦੋ ਪਲ ਅੰਦਰ ਨੂੰ ਚੈਨ ਪਹਿਲਾਂ ਮਿਲ ਜਾਏਗਾ ਕਿ ਮੇਰੇ ਸਿਰ ਦਾ ਸਾਈਂ ਮੇਰਾ ਪਤੀ ਆਉਂਦਾ ਪਿਆ ਹੈ। ਉਹ ਕਹਿਣ ਲੱਗੇ ਵਾਹ ਕਮਾਲ ਹੈ ਤੇਰੀ ਖਿੱਚ।
ਪਰ ਹੈ ਆਪਣੇ ਪਤੀ ਦੇ ਪ੍ਰਤੀ। ਜੇ ਕਿਧਰੇ ਉਸ ਪਿਤਾ ਪਰਮਾਤਮਾ ਨਿਰੰਕਾਰ ਪਤੀ ਦੇ ਪ੍ਰਤੀ ਬਣ ਜਾਏ ਤੇ ਫਿਰ ਜ਼ਿੰਦਗੀ ਦੀ ਖੇਡ ਸਫਲ ਹੈ। ਜਿੱਦਾਂ ਸਾਡਾ ਇੱਕ ਦੂਜੇ ਦੇ ਨਾਲ ਮੋਹ ਬਣਿਆ ਹੁੰਦਾ ਨਾ, ਆਪਣਾ ਬੱਚਾ ਨਾ ਆਵੇ, ਪਤੀ ਹੈ ਪਤਨੀ ਹੈ ਕੋਈ ਪਰਿਵਾਰ ਦਾ ਜੀ, ਅਸੀਂ ਬੇਚੈਨ ਹੋ ਜਾਂਦੇ ਹਾਂ, ਕਿਉਂਕਿ ਇੱਕ ਪਕੜ ਹੈ। ਜੇ ਕਿਧਰੇ ਇੱਦਾਂ ਦੀ ਪਕੜ ਗੁਰੂ ਪ੍ਰਤੀ, ਪਰਮੇਸ਼ਰ ਪ੍ਰਤੀ, ਨਾਮ ਪ੍ਰਤੀ, ਬਾਣੀ ਪ੍ਰਤੀ, ਇਬਾਦਤ ਧਰਮ ਪ੍ਰਤੀ ਬਣ ਜਾਏ ਤੇ ਫਿਰ ਤੇ ਜ਼ਿੰਦਗੀ ਦੀ ਖੇਡ ਸਫਲ ਹੈ। ਕਬੀਰ ਜੀ ਦੇ ਬਚਨ ਕਹਿੰਦੇ, ਪੰਥ ਨਿਹਾਰੈ ਕਾਮਣੀ, ਲੋਚਨ ਭਰੀ ਲੈ ਉਸਾਸਾ, ਉਰ ਨਾ ਪੀਜੈ ਪੱਗ ਨਾ ਖੀਸੈ, ਹਰ ਦਰਸ਼ਨ ਕੀ ਆਸਾ। ਗੱਲ ਬਸ ਇੰਨੀ ਹੈ, ਜਿਵੇਂ ਉਹ ਬੁੱਲੇ ਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ, ਰੱਬ ਨੂੰ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰੋਂ ਲਾਉਣਾ। ਭਗਤ ਰਵਿਦਾਸ ਸਾਹਿਬ ਕਹਿੰਦੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ। ਇੱਧਰੋਂ ਪੁੱਟ ਕੇ ਬਸ ਉਧਰ ਜੋੜ ਲਈ, ਤੇ ਜਦੋਂ ਸੰਸਾਰ ਤੋਂ ਲਿਵ ਨਿਰੰਕਾਰ ਤੱਕ ਪਹੁੰਚ ਗਈ, ਸੰਸਾਰ ਵਾਲੇ ਪਾਸਿਓਂ ਲਿਵ ਨੂੰ ਚੁੱਕ ਕੇ ਨਿਰੰਕਾਰ ਦੇ ਨਾਲ ਜੋੜ ਲਿਆ, ਫਿਰ ਸਮਝੋ ਜੀਵਨ ਦੀ ਖੇਡ ਸਫਲ ਹੈ। ਤੇ ਜੇ ਅਜੇ ਲਿਵ ਕੇਵਲ ਸੰਸਾਰ 'ਚ ਹੀ ਜੁੜੀ ਹੈ ਤੇ ਉਧਰ ਨਹੀਂ ਜੁੜੀ, ਤੇ ਫਿਰ ਤੇ ਗੁਰੂ ਕਹਿੰਦੇ ਸਾਚੀ ਲਿਵੈ ਬਿਨ ਦੇ ਨਿਮਾਣੀ। ਫਿਰ ਸੰਸਾਰ ਦੇ ਦੁੱਖ ਵੀ ਆਣਗੇ, ਪਰੇਸ਼ਾਨੀਆਂ ਵੀ ਹੋਣਗੀਆਂ, ਚਿੰਤਾਵਾਂ ਵੀ ਹੋਣਗੀਆਂ, ਕਿਸੇ ਦੇ ਵਿਛੜਨ ਦਾ ਦੁੱਖ ਹੈ, ਕਿਸੇ ਦੇ ਮਿਲਣ ਦੀ ਖੁਸ਼ੀ, ਇਹਨਾਂ ਚੀਜ਼ਾਂ 'ਚ ਉਲਝੇ ਰਵਾਂਗੇ। ਪਰ ਜੇ ਨਿਰੰਕਾਰ 'ਚ ਲਿਵ ਜੁੜ ਗਈ ਹੈ, ਫਿਰ ਕੋਈ ਕਿਸੇ ਤਰ੍ਹਾਂ ਦਾ ਦੁੱਖ, ਪਰੇਸ਼ਾਨੀ, ਤਕਲੀਫ, ਮੁਸੀਬਤ ਪੋ ਨਹੀਂ ਸਕਦੀ ਹੈ। ਮਹਾਰਾਜ ਕਹਿੰਦੇ ਉਸ ਨੂੰ ਕਿ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾ। ਜਿਹਨੂੰ ਵਾਹਿਗੁਰੂ ਨੇ ਆਪਣੀ ਲਿਵ ਬਖਸ਼ ਦਿੱਤੀ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਇੱਥੇ ਹੁਣ ਗੁਰੂ ਅਮਰਦਾਸ ਸਾਹਿਬ ਕਹਿੰਦੇ, ਵੇਖੋ ਕੁਝ ਚੀਜ਼ਾਂ ਸਾਡੇ ਹੱਥ ਹਨ, ਕੁਝ ਸਾਡੇ ਹੱਥ ਨਹੀਂ। ਹਰ ਚੀਜ਼ ਬੰਦੇ ਦੇ ਹੱਥ ਨਹੀਂ ਹੈ। ਮਹਾਰਾਜ ਕਹਿੰਦੇ, ਇਸਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਸੀਂ ਯਤਨ ਕਰ ਸਕਦੇ ਹਾਂ, ਅੱਗੇ ਸਾਡੇ ਯਤਨ ਨੂੰ ਸਫਲਤਾ ਵਾਹਿਗੁਰੂ ਨੇ ਬਖਸ਼ਣੀ ਹੈ। ਅਸੀਂ ਕੋਈ ਜ਼ੋਰ ਜ਼ਬਰਦਸਤੀ ਪਰਮੇਸ਼ਰ ਤੇ ਨਹੀਂ ਕਰ ਸਕਦੇ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਨਾਨਕ ਹੁਕਮ ਨਾ ਚੱਲਈ ਨਾਲ, ਖਸਮ ਚੱਲੈ ਅਰਦਾਸ। ਬਾਣੀ 'ਚ ਕਿੰਨੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰੇਰਿਆ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਿਉਂਕਿ ਜਿੰਨਾ ਮਰਜ਼ੀ ਆਪਣੇ ਤੌਰ ਤੇ ਕੁਝ ਚੀਜ਼ਾਂ ਹਨ, ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋਣੀਆਂ ਨੇ, ਸਾਡੇ ਜ਼ੋਰ ਦੇ ਨਾਲ ਨਹੀਂ ਹੋਣੀਆਂ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ। ਅਸੀਂ ਆਪਣੇ ਵੱਲੋਂ ਯਤਨ ਕਰ ਸਕਦੇ ਹਾਂ, ਪਰ ਵਾਕਿਆ ਸਾਡੀ ਸੁਰਤ ਦੀ ਲਿਵ ਨਿਰੰਕਾਰ ਦੇ ਨਾਲ ਜੁੜ ਜਾਏ, ਇਹ ਨਿਰੰਕਾਰ ਦੀ ਰਹਿਮਤ ਦੀ ਖੇਡ ਹੈ। ਨਹੀਂ ਤੇ ਬੰਦਾ ਤਾਂ ਜਿੱਦਣ ਮਰਜ਼ੀ ਜੋੜ ਲਈ ਤੇ ਜਿੱਦਣ ਮਰਜ਼ੀ ਤੋੜ ਲਈ, ਬਸ ਇਦਾਂ ਹੀ ਚੱਲਦਾ ਰਹੇ। ਨਹੀਂ, ਮਹਾਰਾਜ ਕਹਿੰਦੇ ਆਪਣੀ ਲਿਵ ਆਪੇ ਲਾਏ। ਆਪਣੀ ਲਿਵ ਦੀ ਦਾਤ, ਉਹ ਜਿਹੜੀ ਦਿਨ ਰਾਤ ਜਪਣ ਵਾਲੀ ਇੱਕ ਅੰਦਰ ਦੀ ਭੁੱਖ ਬਣਦੀ ਹੈ ਨਾ, ਉਹ ਉਹਦੀ ਰਹਿਮਤ ਸਦਕਾ ਹੀ ਬਣਦੀ ਹੈ। ਅਸੀਂ ਕੀ ਕਰਨਾ ਹੈ? ਜੇ ਅਸੀਂ ਆਪਣੇ ਜ਼ੋਰ ਦੇ ਨਾਲ ਲਿਵ ਜੋੜ ਨਹੀਂ ਸਕਦੇ, ਅਸੀਂ ਕੀ ਕਰੀਏ ਜੋ ਸਾਡੇ ਹੱਥ ਹੋਵੇ? ਮਹਾਰਾਜ ਕਹਿੰਦੇ ਗੁਰਮੁਖ ਸਦਾ ਸੰਭਾਲੀਏ। ਲਿਵ ਤਾਂ ਉਹ ਆਪ ਹੀ ਜੋੜਨ ਵਾਲਾ ਹੈ, ਪਰ ਅਸੀਂ ਗੁਰੂ ਕੋਲ ਆ ਕੇ ਸਦਾ ਸੰਭਾਲੀਏ, ਸਦਾ ਉਹਨੂੰ ਜਪਦੇ ਰਹੀਏ, ਚੇਤੇ ਕਰਦੇ ਰਹੀਏ। ਯਤਨ ਕਰਦਿਆਂ ਕਰਦਿਆਂ ਇੱਕ ਦਿਨ ਉਹਦੀ ਰਹਿਮਤ ਪ੍ਰਾਪਤ ਹੋਵੇਗੀ, ਬਖਸ਼ਿਸ਼ ਮਿਲੇਗੀ, ਜਦੋਂ ਉਹ ਸਾਡੀ ਸੁਣ ਲਏਗਾ। ਜਦੋਂ ਸਾਡੀ ਰਾਤ ਦਿਵਸ ਕੇ ਕੂਕਨੈ ਕਬੂ ਕੈ ਸੁਣੈ ਪੁਕਾਰ, ਫਿਰ ਇੱਕ ਸਮਾਂ ਗੁਰੂ ਕਹਿੰਦੇ ਆਏਗਾ ਜਦੋਂ ਵਾਕਿਆ ਹੀ ਤੇਰੇ ਅੰਦਰ ਦੀ ਪੁਕਾਰ, ਤੇਰੇ ਅੰਦਰ ਦੀ ਦੁਆ, ਤੇਰੇ ਅੰਦਰ ਦੀ ਅਰਦਾਸ ਉਹ ਮਾਲਕ ਕਰਤਾ ਸੁਣ ਲਵੇਗਾ। ਤੇ ਜਦੋਂ ਉਹਨੇ ਸੁਣ ਲਿਆ ਤੇ ਫਿਰ ਤਾਂ ਸਮਝੋ ਸਭੇ ਇੱਛਾ ਪੂਰੀਆਂ ਵਾਲੀ ਖੇਡ ਵਰਤ ਜਾਂਦੀ ਹੈ। ਕਹਿ ਨਾਨਕ ਏਵਡ ਦਾਤਾ ਸੋ ਕਿਉ ਮਨੋ ਵਿਸਾਰੀਐ। ਮਹਾਰਾਜ ਕਹਿੰਦੇ ਜਿਹੜਾ ਦਾਤਾ ਬਹੁਤ ਵੱਡਾ ਦਾਤਾ ਹੈ, ਹਰ ਜਗ੍ਹਾ ਤੇ ਰਿਜ਼ਕ ਬਖਸ਼ਣ ਵਾਲਾ, ਪਾਲਣ ਵਾਲਾ, ਸੰਭਾਲਣ ਵਾਲਾ, ਮਾਂ ਦੇ ਉਦਰ ਅੰਦਰ ਪਾਲਣਾ ਕਰ ਰਿਹਾ ਹੈ, ਅਗਨ 'ਚ ਰਿਜ਼ਕ ਦਿੰਦਾ ਪਿਆ ਹੈ, ਪੱਥਰਾਂ 'ਚ ਰਿਜ਼ਕ ਦਿੰਦਾ ਪਿਆ ਹੈ, ਪਾਣੀਆਂ 'ਚ ਜੀਵਾਂ ਨੂੰ ਰਿਜ਼ਕ ਦਿੰਦਾ ਪਿਆ ਹੈ, ਸਭ ਜਗ੍ਹਾ ਤੇ ਸੰਭਾਲ ਰਿਹਾ ਹੈ। ਸੋ ਕਿਉਂ ਮਨੋ ਵਿਸਾਰੀਏ, ਉਹਨੂੰ ਮਨ ਤੋਂ ਨਹੀਂ ਵਿਸਾਰਨਾ ਹੈ, ਨਹੀਂ ਭੁਲਾਣਾ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ
ਨਾਨਕ ਚਾਉ ਇਹੋ। ਇਹ ਭਾਵਨਾ, ਇਹ ਫਿਤਰਤ ਅੰਦਰ ਦੀ ਬਣਾਈਏ। ਇਸੇ ਪੌੜੀ ਦੇ ਨਾਲ ਹੀ ਰਲਦੀ ਮਿਲਦੀ ਅਗਲੀ ਪੌੜੀ ਹੈ। ਇਸੇ ਤਰ੍ਹਾਂ ਦੀਆਂ ਵਿਚਾਰਾਂ ਸਤਿਗੁਰੂ ਜੀ ਨੇ ਹੋਰ ਵਿਸਥਾਰ ਸਹਿਤ ਤੇ ਕੁਝ ਹੋਰ ਪੱਖਾਂ ਨੂੰ ਨਾਲ ਲੈ ਕੇ ਅਗਲੇਰੀ ਪੌੜੀ 'ਚ ਵਿਚਾਰਾਂ ਬਖਸ਼ੀਆਂ ਨੇ। ਸਤਿਗੁਰੂ ਮਿਹਰ ਕਰਨ ਆਪਾਂ ਇਸੇ ਤਰ੍ਹਾਂ ਗੁਰੂ ਨਾਲ ਜੁੜੇ ਰਹੀਏ, ਗੁਰਸ਼ਬਦ ਦੇ ਨਾਲ ਜੁੜੇ ਰਹੀਏ, ਗੁਰਬਾਣੀ ਦੇ ਨਾਲ ਜੁੜੇ ਰਹੀਏ। ਮਾਲਕ ਜੀ ਦੀਆਂ ਖੁਸ਼ੀਆਂ ਮਿਲਣ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਨਾ ਚਿਤਾਰਨੀਆਂ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਪਾਇਆ ਸਹਿਜ ਸੇਤੀ, ਮਨੋਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਓ ਹਰੀ ਕੇਰਾ, ਮੰਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ